ਇਹ ਕੰਧ ਗੰਗੂ ਰਸੋਈਏ ਦੇ ਘਰ ਦੀ ਕੰਧ ਆ, ਜਿਹਦੀ ਦਗਾ ਸਦਕਾ ਗੁਰੂ ਸਾਹਿਬ ਦਾ ਪੂਰਾ ਪਰਿਵਾਰ ਖਤਮ ਹੋ ਗਿਆ ਸੀ। ਇਹ ਉਹੀ ਮੰਜਾ ਜਿਹ 'ਤੇ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੇ ਤੇ ਮਾਤਾ ਗੁਜਰੀ ਨੇ ਰਾਤ ਕੱਟੀ ਸੀ। ਇੱਕ ਗੱਲ ਘਰ ਦੇ ਉਸਦੇ ਉਸ ਵਕਤ ਦੇ ਹਾਲਾਤਾਂ ਤੋਂ ਦੇਖ ਕੇ ਪਤਾ ਲੱਗਦਾ ਕਿ ਲਾਲਚੀ ਕਰ ਗਿਆ, ਪਰ ਤਕੜਾ ਬਹੁਤ ਸੀਗਾ। ਦੂਜੀ ਗੱਲ ਉਹੀ ਕੋਤਵਾਲੀ ਦਿਖਾਉਣੀ ਆ ਜਿੱਥੇ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਨੂੰ ਰੱਖਿਆ ਗਿਆ ਸੀ। ਆਖਰ ਤੱਕ ਬਣੇ ਰਹੋ, ਜਾਣਕਾਰੀ ਬਹੁਤ ਬਹੁਮੁੱਲਾ, ਲੋਕਾਂ ਦੇ ਵੀ ਕੰਮ ਆਵੇ। ਸ਼ੇਅਰ ਜ਼ਰੂਰ ਕਰਿਓ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਤੁਹਾਨੂੰ ਗੰਗੂ ਬ੍ਰਾਹਮਣ ਦੇ ਘਰ ਦੇ ਵਿੱਚ ਲੈ ਕੇ ਆ ਗਿਆ। ਇਹ ਇਸ ਵਕਤ ਮੈਂ ਖੇੜੀ ਪਿੰਡ ਦੇ ਵਿੱਚ ਹਾਂ, ਜਿਹਨੂੰ ਸਹੇੜੀ ਕਹਿੰਦੇ ਨੇ। ਹੁਣ ਪਹਿਲਾਂ ਕਿਸੇ ਸਮੇਂ ਖੇੜੀ ਕਹਿੰਦੇ ਸੀ। ਇਹ ਉਹੀ ਘਰ ਆ ਜਿੱਥੇ ਛੋਟੇ ਸਾਹਿਬਜ਼ਾਦੇ ਇੱਥੇ ਰਹੇ ਸੀਗੇ। ਮਤਲਬ ਆਖਰੀ ਵੇਲੇ ਦੇ ਵਿੱਚ ਇੱਥੇ ਗੰਗੂ ਬ੍ਰਾਹਮਣ ਜੋ ਰਸੋਈਆ ਸੀ ਗੁਰੂ ਘਰ ਦਾ, ਉਹਦੇ ਨਾਲ ਸਾਹਿਬਜ਼ਾਦੇ ਇਸ ਕਮਰੇ ਦੇ ਵਿੱਚ ਆਏ ਸੀ ਤੇ ਇੱਥੇ ਰਾਤ ਕੱਟੀ ਸੀ। ਤੇ ਅੱਜ ਉਹਨਾਂ ਦਾ ਇਤਿਹਾਸ ਦੱਸਣਾ, ਉਹ ਘਰ ਵਿਖਾਉਣਾ ਵਾ, ਜਿੰਨੇ ਵੀ ਨਿਸ਼ਾਨ ਬਾਕੀ ਨੇ। ਇੱਥੇ ਇੱਕ ਮੰਜਾ ਪਿਆ ਵਾ, ਉਹ ਉਹੀ ਮੰਜਾ ਵਾ ਜਿਹਦੇ ਤੇ ਆਖਰੀ ਵੇਲੇ ਆਰਾਮ ਕੀਤਾ ਸੀ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਨੇ। ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਤਕਰੀਬਨ ਇਹਨਾਂ ਦੀ 9 ਤੇ 7 ਸਾਲ ਦੀ ਉਮਰ ਸੀ ਉਸ ਵੇਲਿਆਂ ਦੇ ਵਿੱਚ। ਤੇ ਮਾਤਾ ਗੁਜਰ ਕੌਰ ਜੀ ਵੀ ਉਦੋਂ ਨਾਲ ਸੀਗੇ। ਆਹ ਪੁਰਾਣੀਆਂ ਕੰਧਾਂ, ਕਿਉਂਕਿ ਬੰਦਾ ਸਿੰਘ ਬਹਾਦਰ ਨੇ ਸਾਰੀ ਸਰਹੰਦ ਢਾਤੀ ਸੀ ਤੇ ਨਾਲ ਹੀ ਇਹ ਖੇੜੀ ਪਿੰਡ ਹੁੰਦਾ ਸੀ ਜਿਹੜਾ ਇਹ ਵੀ ਢਾਤਾ ਸੀ, ਬਰਬਾਦ ਕਰਤਾ ਸੀਗਾ। ਤੇ ਲੋਕ ਭੱਜ ਨੱਠ ਗਏ ਸੀ ਤੇ ਇਹਦਾ ਘਰ ਵੀ ਢਾ ਦਿੱਤਾ ਗਿਆ ਸੀ ਤੇ ਇਹਨੂੰ ਕਤਲ ਕਰ ਦਿੱਤਾ ਗਿਆ ਸੀ। ਇਹਦੇ ਬਾਰੇ ਦੋ ਰਾਇਆਂ ਵੀ ਗੰਗੂ ਬ੍ਰਾਹਮਣ ਨੂੰ ਬੰਦਾ ਸਿੰਘ ਬਹਾਦਰ ਨੇ ਕਤਲ ਕੀਤਾ। ਕੁਝ ਥਾਵਾਂ ਤੇ ਇਹ ਵੀ ਮਿਲਦਾ ਵੀ ਇਹਨੇ ਲਾਲਚ 'ਚ ਆ ਕੇ ਮੁਗਲਾਂ ਨੇ ਵੀ ਇਹਨੂੰ ਕੁੱਟ-ਕੁੱਟ ਕੇ ਮਾਰਤਾ ਸੀਗਾ ਵੀ ਤੂੰ ਖਜ਼ਾਨਾ ਹੋਰ ਵੀ ਲੁਕੋਇਆ ਹੋਊਗਾ। ਤਾਂ ਇਹ ਗੱਲ ਬਣੀ ਸੀ। ਪਰ ਕੁਛ ਵੀ ਹੋਵੇ, ਇਹ ਉਹ ਘਰ ਆ ਤੇ ਜਿੱਥੇ ਸਾਡੇ ਸਾਹਿਬਜ਼ਾਦਿਆਂ ਨੇ ਰਾਤ ਕੱਟੀ ਸੀ। ਜਦੋਂ ਆਪਾਂ ਇਤਿਹਾਸ ਦੀ ਗੱਲ ਕਰਦੇ ਹਾਂ, ਬੰਦਾ ਸਿੰਘ ਬਹਾਦਰ ਦੇ ਪਿੰਡ ਉਜਾੜਨ ਤੋਂ ਪਹਿਲਾਂ ਇਹਦਾ ਨਾਂ ਹੁੰਦਾ ਸੀ ਖੇੜੀ, ਤੇ ਇਹਨੂੰ ਉਜਾੜਤਾ ਸੀ ਬੰਦਾ ਸਿੰਘ ਬਹਾਦਰ ਨੇ 1710 ਈਸਵੀ ਦੇ ਵਿੱਚ। ਤੇ ਉਸ ਤੋਂ ਬਾਅਦ ਦੇ ਵਿੱਚ ਇਹ ਪਿੰਡ ਦੁਬਾਰੇ ਸਹੇੜੀ ਕਿਵੇਂ ਬਣਿਆ, ਮਾੜੀ ਜੀ ਗੱਲ ਇਹ ਵੀ ਤੁਹਾਨੂੰ ਮੈਂ ਦੱਸ ਦਿਆਂ ਵੀ ਧੌਲਾ ਪਿੰਡ ਪੈਂਦਾ ਤਪੇ ਕੋਲ, ਤਪਾ ਧੌਲਾ। ਉੱਥੋਂ ਦਾ ਇੱਕ ਵਸਨੀਕ ਸ਼ਾਹੂਕਾਰ ਹੁੰਦੇ ਸ਼ਾਹੂ, ਉਹ ਫਿਰ ਇੱਥੇ ਆਇਆ ਸੀ। ਇੱਥੇ ਆ ਕੇ ਉਹਨੇ ਪਿੰਡ ਵਸਾਇਆ ਸੀਗਾ। ਉਹਨੇ ਸੰਗਰੂਰ ਵਾਲੇ ਸੰਗਤ ਸਿੰਘ ਤੋਂ 4 ਘੋੜਿਆਂ ਬਦਲੇ ਤਕਰੀਬਨ 4000 ਵਿਗੇ ਜ਼ਮੀਨ ਪ੍ਰਾਪਤ ਕੀਤੀ ਸੀ। ਉੱਥੇ ਆ ਕੇ ਪਿੰਡ ਦਾ ਨਿਰਮਾਣ ਕੀਤਾ ਸੀ ਤੇ ਉੱਥੇ ਫਿਰ ਇਹਨੇ ਸ਼ਾਹੂ ਤੋਂ ਹੀ ਸਹੇੜੀ ਨਾਂ ਰੱਖਿਆ ਗਿਆ। ਮਤਲਬ ਖੇੜੀ ਨਾਂ ਨਹੀਂ ਸੀ ਰੱਖਿਆ, ਸਹੇੜੀ ਨਾਂ ਰੱਖ ਲਿਆ ਸੀਗਾ। ਇਹ ਪੁਰਾਣੀ ਕੰਧ ਆ, ਇੱਕੋ ਇੱਕ ਦੋ ਕੰਧਾਂ ਹੀ ਬਚੀਆਂ ਨੇ, ਚੂਨੇ ਦੀ ਬਣੀ ਹੋਈ ਆ। ਇੱਥੋਂ ਦੇ ਪ੍ਰਬੰਧਕ ਇਹਨੂੰ ਪਰਲੇ ਪਾਸੋਂ ਰਿਪੇਅਰ ਕਰਕੇ ਵੀ ਬਚਾਇਆ ਹੋਇਆ। ਅੰਦਰਲੇ ਪਾਸੋਂ ਵੀ ਮੈਂ ਦਿਖਾਊਂਗਾ ਜੋ ਵੀ ਇਤਿਹਾਸ ਆ। ਮਤਲਬ ਆ ਨਿੱਕੇ ਨਿੱਕੇ ਝਰੋਖੇ ਤੁਹਾਨੂੰ ਦਿਸ ਰਹੇ ਆ, ਇਹ ਸਾਰੇ ਪੁਰਾਣੇ ਹੀ ਆ। ਇੱਕੋ ਕੰਧ ਨਿਸ਼ਾਨ ਬਚਿਆ, ਅੰਦਰ ਗੁਰੂ ਸਾਹਿਬ ਦਾ ਪ੍ਰਕਾਸ਼ ਵੀ ਕੀਤਾ ਹੋਇਆ ਵਾ। ਮਤਲਬ ਪੁਰਾਣੀਆਂ ਨਿਸ਼ਾਨੀਆਂ ਬਚੀਆਂ ਹੋਈਆਂ ਨੇ। ਮੈਂ ਤੁਹਾਨੂੰ ਦੱਸ ਦਿਆਂ ਵੀ ਗੱਲ ਹੋਣੀ ਆ ਦਸੰਬਰ ਦੀ। ਦਸੰਬਰ 1704 ਜਦੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ, ਤਾਂ ਘੇਰੇ ਕਿਹਦੇ ਵਿਚਕਾਰ ਸੀਗਾ? ਇੱਕ ਪਾਸੇ ਕਿਲੇ ਦੇ ਅੰਦਰ ਗੁਰੂ ਸਾਹਿਬ ਤੇ ਸਿੰਘ ਸੂਰਮੇ ਤੇ ਸਾਹਿਬਜ਼ਾਦੇ ਸੀ, ਤੇ ਦੂਸਰੇ ਪਾਸੇ ਪਹਾੜੀ ਰਾਜੇ ਤੇ ਮੁਗਲ ਫੌਜਾਂ ਸੀ। ਤੇ ਉਹ ਵੀ ਵੱਡੀ ਤਾਦਾਦ ਦੇ ਵਿੱਚ, ਕੋਈ ਇੱਕ ਨਹੀਂ ਸੀ, ਭਾਂਤ ਭਾਂਤ ਦੇ ਜਿੱਥੇ ਵੀ ਰਾਜ ਭਾਗ ਚੱਲਦੇ ਸੀ ਨੇੜ ਤੇੜ, ਕਸ਼ਮੀਰ ਵਾਲੇ ਪਾਸੇ ਹੋਰ ਕਈ ਥਾਵਾਂ ਤੋਂ ਫੌਜਾਂ ਇਕੱਠੀਆਂ ਕਰ ਲਈਆਂ ਸੀ। ਵੱਡੀ ਫੌਜ ਨੇ ਗੁਰੂ ਸਾਹਿਬ ਨੂੰ ਘੇਰਾ ਪਾਇਆ ਹੋਇਆ ਸੀ। ਤੇ ਆਖਰ ਤੇ ਜਦੋਂ ਉਹਨਾਂ ਨੇ ਸਹੁੰਆਂ ਖਾਧੀਆਂ, ਪਹਾੜੀ ਰਾਜਿਆਂ ਨੇ ਤੇ ਮੁਗਲਾਂ ਨੇ ਸਹੁੰਆਂ ਖਾਧੀਆਂ ਵੀ ਤੁਸੀਂ ਕਿਲਾ ਛੱਡ ਦਿਓ, ਘੇਰਾ ਲੰਬਾ ਚੱਲ ਗਿਆ ਸੀ, 7-8 ਮਹੀਨੇ ਦਾ ਜ਼ਿਕਰ ਵੀ ਚੱਲਿਆ। ਤੇ ਗੁਰੂ ਸਾਹਿਬ ਤਾਂ ਰਾਜੀ ਨਹੀਂ ਸੀ ਵੀ ਕਿਲਾ ਛੱਡਿਆ ਜਾਵੇ, ਪਰ ਜ਼ਿਆਦਾ ਪਾਸਿਓਂ ਦਬਾਅ ਪੈਣ ਦੇ ਕਰਕੇ ਸੰਗਤ ਦੀ ਗੱਲ ਮੰਨੀ ਗਈ। ਮਾਤਾ ਗੁਜਰ ਕੌਰ ਜੀ ਨੇ ਵੀ ਆਖਿਆ ਵੀ ਚਲੋ ਜਿਵੇਂ ਸੰਗਤ ਆਖਦੀ ਆ ਕਰ ਲਓ। ਜਦੋਂ ਕਿਲਾ ਛੱਡਿਆ ਗਿਆ, ਥੋੜ੍ਹਾ ਜਿਹਾ ਹਜੇ ਗਏ ਸੀ ਤੇ ਮਗਰੋਂ ਪਹਾੜੀ ਰਾਜਿਆਂ ਤੇ ਮੁਗਲਾਂ ਨੇ ਮਗਰੋਂ ਹਮਲਾ ਕਰਤਾ, ਜਿਹਦੇ ਕਰਕੇ ਉੱਧਰਲੇ ਪਾਸੇ ਗੁਰੂ ਸਾਹਿਬ ਤੇ ਸਿੰਘ ਸੂਰਮੇ ਮੁਗਲਾਂ ਨਾਲ ਲੜਾਈ ਲੜਦੇ ਰਹੇ, ਪਹਾੜੀ ਰਾਜਿਆਂ ਨਾਲ ਭਿੜਦੇ ਰਹੇ, ਤੇ ਤੀਜਾ ਫਿਰ ਸਰਸਾ ਨਦੀ ਦੇ ਵਿੱਚ ਆਏ ਹੋਏ ਹੜ੍ਹ ਦੇ ਨਾਲ ਵੀ ਲੜਦੇ ਰਹੇ। ਮਤਲਬ ਕਿ ਇਤਿਹਾਸ ਦੱਸਦਾ ਵੀ ਉਦੋਂ ਕਹਿ ਲਓ ਕਿ ਪਰਿਵਾਰ ਦੇ ਆਪਣੇ ਖਾਲਸਾ ਪੰਥ ਦੇ ਉੱਤੇ ਸਭ ਤੋਂ ਵੱਡੀ ਭੀੜ ਪਈ ਸੀਗੀ। ਉਸ ਭੀੜ ਨੂੰ ਵੀ ਗੁਰੂ ਸਾਹਿਬ ਨੇ ਖਿੜੇ ਮੱਥੇ ਪ੍ਰਵਾਨ ਕੀਤਾ ਤੇ ਸਿੰਘ ਸੂਰਮੇ ਉਸੇ ਪਾਣੀ ਦੇ ਵਿੱਚ, ਹੜ੍ਹਾਂ ਦੇ ਵਿੱਚ ਵੀ ਲੜਦੇ ਰਹੇ ਤੇ ਸ਼ਹਾਦਤਾਂ ਵੀ ਪ੍ਰਾਪਤ ਕਰਦੇ ਗਏ। ਤੇ ਉਸੇ ਸਰਸਾ ਨਦੀ ਦੇ ਕਿਨਾਰੇ ਹੀ ਫਿਰ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਅਲੱਗ ਹੋ ਗਏ ਤੇ ਵੱਡੇ ਸਾਹਿਬਜ਼ਾਦੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਅਲੱਗ ਹੋ ਗਏ। ਮਤਲਬ ਉੱਥੋਂ ਪਰਿਵਾਰ ਦਾ ਵਿਛੋੜਾ ਪੈ ਗਿਆ ਸੀ। ਤੇ ਉਸ ਤੋਂ ਬਾਅਦ ਜੋ ਜ਼ਿਕਰ ਮਿਲਦਾ ਦੱਸਿਆ ਜਾਂਦਾ ਵੀ ਜਦੋਂ ਉਦੋਂ ਗੰਗੂ ਬ੍ਰਾਹਮਣ ਦੇ ਨਾਲ ਕੁੰਮਾ ਮਾਸ਼ਕੀ ਹੁੰਦਾ ਸੀ, ਉਹਦੀ ਝੌਂਪੜੀ ਵੱਲ ਆ ਗਏ ਸੀ, ਉੱਥੇ ਦੀਵਾ ਬਲਦਾ ਸੀ। ਚਲੋ ਠੰਡ ਵੀ ਕੜਾਕੇ ਦੀ ਸੀ, ਮੀਂਹ ਪੈ ਰਿਹਾ ਸੀਗਾ। ਦਸੰਬਰ ਦੇ ਵਿੱਚ ਕਿਹੋ ਜਿਹੀ ਠੰਡ ਹੁੰਦੀ ਆ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ। ਮੀਂਹ ਪੈ ਰਿਹਾ ਸੀ, ਠੱਕਾ ਵਗ ਰਿਹਾ ਸੀ।
ਉਦੋਂ ਫਿਰ ਝੌਂਪੜੀ ਦੇ ਵਿੱਚ ਜਾ ਕੇ ਵੱਜੇ ਕੁੰਮੇ ਮਾਸ਼ਕੀ ਕੋਲੇ ਗਏ। ਕੁੰਮੇ ਮਾਸ਼ਕੀ ਨੇ ਪੈਰਾਂ ਦਾ ਖੜਕਾ ਸੁਣ ਕੇ ਆਖਿਆ, ਭਾਈ ਕੌਣ ਹੋ ਤੁਸੀਂ? ਤਾਂ ਗੰਗੂ ਬ੍ਰਾਹਮਣ ਨੇ ਆਖਿਆ, ਬਈ ਇਹ ਮਾਤਾ ਗੁਜਰ ਕੌਰ ਜੀ ਨੇ ਤੇ ਛੋਟੇ ਸਾਹਿਬਜ਼ਾਦੇ ਨੇ। ਤੇ ਉਹ ਵੀ ਗਾਂ ਜਿਹੜਾ ਸੀਗਾ ਕੁੰਮਾ ਮਾਸ਼ਕੀ ਗੁਰੂ ਸਾਹਿਬ ਦਾ ਉਪਾਸਕ ਸੀ, ਉਹਨੇ ਕਿਹਾ ਵੀ ਮੇਰੀ ਝੁੱਗੀ ਦੇ ਵਿੱਚ ਹੁਣ ਖਾਣ ਨੂੰ ਤਾਂ ਕੁਛ ਹੈ ਨਹੀਂ ਗਾ ਤੇ ਨਾ ਕੁਛ ਪਹਿਨਣ ਨੂੰ ਕੋਈ ਚੰਗੇ ਕੱਪੜੇ ਆ। ਉਹਨੇ ਤੁਰੰਤ ਕੀ ਕੀਤਾ ਵੀ ਤੁਸੀਂ ਇੱਥੇ ਬੈਠੋ ਤੇ ਮੈਂ ਹੁਣੇ ਜਾ ਕੇ ਕਿਸ਼ਤੀ ਸੀਗੀ ਉਹਨੇ ਪਾਣੀ 'ਚ ਠੇਲਤੀ, ਦੂਜੇ ਪਾਸਿਓਂ ਕੁਝ ਦੁੱਧ ਲੈ ਕੇ ਆਇਆ ਤੇ ਕੁਛ ਕੱਪੜੇ ਲੈ ਕੇ ਆਇਆ। ਉਸੇ ਵੇਲੇ ਕੁੰਮਾ ਮਾਸ਼ਕੀ ਬੀਬੀ ਵੀਰੋ ਤੇ ਭਾਈ ਛੱਜੂ ਜੀ ਕੋਲੇ ਚਲੇ ਗਿਆ। ਉਹਨਾਂ ਨੇ ਵੀ ਫਿਰ ਕਹਿੰਦੇ ਵੀ ਉਸ ਸਮੇਂ ਖੁਸ਼ ਹੋ ਕੇ ਮਾਤਾ ਜੀ ਅਤੇ ਸਾਹਿਬਜ਼ਾਦੇ ਨੂੰ ਮਿਲਣ ਲਈ ਆਏ ਤੇ ਨਾਲ ਮੋਟੇ ਕੱਪੜੇ, ਕੰਬਲ ਤੇ ਕੁਝ ਦੁੱਧ ਲੈ ਕੇ ਆਏ ਤੇ ਆਖਰ ਤੇ ਉਹਨਾਂ ਨੇ ਪੀਤਾ। ਤੇ ਪਹਿਰ ਦੇ ਤੜਕੇ ਹੀ ਉੱਠ ਕੇ ਫਿਰ ਗੰਗੂ ਬ੍ਰਾਹਮਣ ਆਪਦੇ ਨਾਲ ਲੈ ਕੇ ਸਾਹਿਬਜ਼ਾਦਿਆਂ ਨੂੰ ਥਾਂ ਥਾਂ ਤੋਂ ਸਰਕਣਿਆਂ ਵਿੱਚੋਂ ਲੰਘਦਾ ਹੋਇਆ ਤਾਂ ਇਸ ਪਿੰਡ ਦੇ ਵਿੱਚ ਪਹੁੰਚਿਆ ਸੀਗਾ। ਅੱਡ ਅੱਡ ਪੜਾਅ ਹੁੰਦੇ ਗਏ ਕਿਉਂਕਿ ਮੁਗਲਾਂ ਦੇ ਵੀ ਥਾਂ ਥਾਂ ਛਾਪੇ ਵੱਜ ਰਹੇ ਸੀ ਵੀ ਜਿੱਥੇ ਵੀ ਲੱਭ ਜਾਣ ਤਾਂ ਫੜ ਕੇ ਗ੍ਰਿਫਤਾਰ ਕੀਤਾ ਜਾਵੇ। ਮਤਲਬ ਮਾਰੋ ਮਾਰ ਹੋਈ ਪਈ ਸੀਗੀ। ਤੇ ਉਸ ਵੇਲੇ ਦੇ ਵਿੱਚ ਗੰਗੂ ਬ੍ਰਾਹਮਣ ਦੇ ਮਨ ਦੇ ਵਿੱਚ ਵੀ ਮਤਲਬ ਲਾਲਚ ਹੋਇਆ ਸੀਗਾ। ਇੱਥੇ ਬ੍ਰਾਹਮਣ ਲਫ਼ਜ਼ ਤਾਂ ਕਿਉਂਕਿ ਆਮ ਤੌਰ 'ਤੇ ਆਇਡੈਂਟੀਟੀ ਬ੍ਰਾਹਮਣ ਇੱਕ ਮਾੜਾ ਹੋ ਸਕਦਾ, ਸਾਰੇ ਨਹੀਂ ਮਾੜੇ ਹੋ ਸਕਦੇ, ਇਸ ਕਰਕੇ ਉਹ ਲਫ਼ਜ਼ ਉਹਦੇ ਨਾਂ ਨਾਲ ਜੁੜਿਆ ਕਰਕੇ ਤਾਂ ਵਰਤਿਆ ਜਾ ਰਿਹਾ ਵਾ। ਦੂਜੀ ਗੱਲ ਦੱਸਦੇ ਵੀ ਗੰਗੂ ਪਾਪੀ ਉਹ ਸੀਗੇ ਜਿਹਨੇ ਕਹਿੰਦੇ ਕਹਿ ਲਓ ਮੋਹਰਾਂ ਦੇ ਲਾਲਚ ਦੇ ਵਿੱਚ ਆ ਕੇ ਸਾਹਿਬਜ਼ਾਦਿਆਂ ਨੂੰ ਆਖਰ ਤੇ ਫੜਾਤਾ ਸੀਗਾ। ਗੱਲ ਇਉਂ ਬਣੀ ਕਿ ਮਾਤਾ ਗੁਜਰ ਕੌਰ ਜੀ ਜਦੋਂ ਰਾਤ ਨੂੰ ਸੌਣ ਲੱਗੇ ਤਾਂ ਉਹਨਾਂ ਨੇ ਮੋਹਰਾਂ ਆਪਦੇ ਸਰਾਣੇ ਰੱਖ ਲਈਆਂ ਤੇ ਛੋਟੇ ਸਾਹਿਬਜ਼ਾਦੇ ਵੀ ਉਸ ਸਮੇਂ ਆਰਾਮ ਕਰ ਰਹੇ ਸੀ। ਜਦੋਂ ਸਵੇਰ ਨੂੰ ਉੱਠਿਆ ਤੇ ਮਾਤਾ ਜੀ ਨੇ ਦੇਖਿਆ ਵੀ ਸਰਾਣੇ ਤਾਂ ਗਠੜੀ ਹੈ ਹੀ ਨਹੀਂ, ਕਿ ਮੋਹਰਾਂ ਵਾਲੀ ਕਿੱਧਰ ਗਈ ਹੋਈ। ਤਾਂ ਉਹਨਾਂ ਨੇ ਮਾਤਾ ਜੀ ਨੇ ਪੁੱਛਿਆ ਗੰਗੂ ਬ੍ਰਾਹਮਣ ਨੂੰ ਵੀ ਮੇਰੀ ਗਠੜੀ ਕਿੱਥੇ ਆ ਵੀ ਇੱਦਾਂ ਕਰਕੇ। ਉਹ ਕਹਿੰਦਾ ਵੀ ਨਾਲੇ ਤੁਹਾਨੂੰ ਗੰਗੂ ਬ੍ਰਾਹਮਣ ਉਦੋਂ ਪੁੱਠਾ ਹੀ ਬੋਲਿਆ। ਉਹ ਕਹਿੰਦਾ ਨਾਲੇ ਤੁਹਾਨੂੰ ਮੈਂ ਰਾਤ ਇੱਥੇ ਕਟਾਈ ਤੇ ਨਾਲੇ ਤੁਸੀਂ ਮੇਰੇ ਤੇ ਇਲਜ਼ਾਮ ਲਾਉਂਦੇ ਹੋ। ਗੰਗੂ ਬ੍ਰਾਹਮਣ ਨੇ ਰੌਲਾ ਪਾਉਣਾ ਸ਼ੁਰੂ ਕਰਤਾ, ਜਿਹਦੇ ਕਰਕੇ ਮਾਤਾ ਗੁਜਰ ਕੌਰ ਕਹਿੰਦੇ ਤੂੰ ਜੋ ਰੱਖਣਾ ਆਪਦੇ ਕੋਲੇ ਰੱਖ ਲਾ ਪਰ ਇੱਦਾਂ ਰੌਲਾ ਨਾ ਪਾ। ਪਰ ਉਹ ਨਹੀਂ ਮੰਨਿਆ ਕਿਉਂਕਿ ਉਹਦੇ ਮਨ 'ਚ ਲਾਲਚ ਆਇਆ ਸੀ। ਗੱਲ ਇਉਂ ਸੀ ਲਾਲਚ ਡਬਲ ਆ ਗਿਆ ਉਹਦੇ ਮਨ 'ਚ। ਇੱਕ ਤਾਂ ਜੋ ਮਾਤਾ ਗੁਜਰ ਕੌਰ ਦੇ ਕੋਲੋਂ ਗਹਿਣੇ ਚੱਕੇ ਸੀ, ਮੋਹਰਾਂ ਚੱਕੀਆਂ ਸੀ, ਉਹਦੇ ਹੱਥ ਲੱਗ ਗਈਆਂ। ਤੇ ਦੂਜਾ ਨੂੰ ਉਮੀਦ ਸੀ ਵੀ ਮੈਂ ਸਰਕਾਰ ਵਾਲੇ ਪਾਸੇ, ਕਿਉਂਕਿ ਸਰਕਾਰ ਨੇ ਵੀ ਇਨਾਮ ਰੱਖਿਆ ਹੋਇਆ ਸੀਗਾ ਵੀ ਜੋ ਗੁਰੂ ਸਾਹਿਬ ਦੇ ਪਰਿਵਾਰ ਨੂੰ ਜਾਂ ਸਿੰਘਾਂ ਨੂੰ ਫੜਾਊਗਾ ਉਹਨੂੰ ਵੀ ਇਨਾਮ ਮਿਲੂਗਾ, ਜਿਹਦੇ ਤਹਿਤ ਉਹਨੇ ਸੋਚਿਆ ਵੀ ਦੋ ਪਾਸਿਓਂ ਮੈਂ ਇਨਾਮ ਲੈ ਲੂੰਗਾ। ਤਾਂ ਉਸੇ ਤਹਿਤ ਫਿਰ ਉਹਨੇ ਜਾ ਕੇ ਕੋਤਵਾਲੀ ਮਰਿੰਡੇ ਹੁੰਦੀ ਸੀ, ਇਹ ਵੀ ਸਹੇੜੀ ਪਿੰਡ ਮਰਿੰਡੇ ਦੇ ਕੋਲ ਪੈਂਦਾ, ਉੱਥੇ ਜਾ ਕੇ ਉਹਨੇ ਕੋਤਵਾਲ ਨੂੰ ਸ਼ਿਕਾਇਤ ਕਰਤੀ ਜਿੱਥੇ ਜਾਨੀ ਖਾਂ ਤੇ ਮਾਨੀ ਖਾਂ ਪਠਾਨ ਰਹਿੰਦੇ ਸੀ। ਤੇ ਉਹਨਾਂ ਨੇ ਫਿਰ ਤੁਰੰਤ ਛਾਪਾ ਮਾਰਿਆ ਤੇ ਜਿੱਥੋਂ ਕਿ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਗ੍ਰਿਫਤਾਰ ਕੀਤਾ। ਕਿਹਾ ਜਾਂਦਾ ਵੀ ਰਾਤੇ ਬਿਠਾ ਕੇ ਉਹਨਾਂ ਨੂੰ ਕੋਤਵਾਲੀ ਮਰਿੰਡੇ ਦੇ ਵਿੱਚ ਲਿਆਇਆ ਗਿਆ। ਉਹ ਕੋਤਵਾਲੀ ਵੀ ਹਜੇ ਉੱਥੇ ਹੈਗੀ ਆ। ਤੇ ਗੱਲ ਕਰ ਰਹੀ ਸੀ ਇਸ ਇਮਾਰਤ ਦੀ, ਇਹਦੀ ਕੰਧ ਬਚੀ ਆ, ਥੋੜਾ ਜਿਹਾ ਮਤਲਬ ਇਹਦਾ ਬਚਿਆ ਹੋਇਆ ਵਾ ਪਰ ਹਜੇ ਸਹੀ ਸਲਾਮਤ ਆ। ਬਾਕੀ ਇੱਥੋਂ ਦੀ ਕਮੇਟੀ ਨੂੰ ਸਾਂਭ ਰਿਹਾ। ਦੂਜੇ ਪਾਸੇ ਜਾ ਕੇ ਵੀ ਆਪਾਂ ਅੰਦਰੋਂ ਵੀ ਦਿਖਾਉਂਦੇ ਆ। ਤੁਹਾਨੂੰ ਇਸ ਇਮਾਰਤ ਦੇ ਅੰਦਰਲੇ ਪਾਸੇ ਲੈ ਚੱਲਦਾ ਮੈਂ। ਤੁਸੀਂ ਜੋ ਦੇਖ ਰਹੇ ਆ ਨਾ, ਇਹਦੇ ਵਿੱਚ ਜੋ ਰੰਗ ਰੋਗਨ ਹੋਇਆ ਬਸ ਉਹੀ ਨਵਾਂ ਹੈ। ਬਾਕੀ ਜੋ ਇਮਾਰਤ ਦੀ ਬਣਾਵਟ ਆ ਉਹ ਬਿਲਕੁਲ ਉਹੀ ਆ। ਉਹੀ ਆਲੇ ਆ, ਉਹੀ ਮੋਰੀਆਂ, ਉਹੀ ਰੋਸ਼ਨਦਾਨ ਆ ਤੇ ਉਹੀ ਇੱਟਾਂ ਲੱਗੀਆਂ, ਉਹੀ ਚੂਨਾ ਲੱਗਿਆ। ਆਪਾਂ ਇਹ ਕਹਿ ਸਕਦੇ ਹਾਂ ਕਿ ਜਦ ਗੁਰੂ ਸਾਹਿਬ ਦੇ ਬੱਚੇ ਇੱਥੇ ਠਹਿਰੇ ਹੋਣਗੇ, ਜਦ ਮਾਤਾ ਗੁਜਰੀ ਨੇ ਰਾਤ ਨੂੰ ਉਹਨਾਂ ਨੂੰ ਕੁਝ ਗੱਲਾਂ ਦੱਸੀਆਂ ਹੋਣਗੀਆਂ, ਕੁਝ ਬਾਤਾਂ ਸੁਣਾਈਆਂ ਹੋਣਗੀਆਂ, ਉਹਨਾਂ ਗੱਲਾਂ ਬਾਤਾਂ ਤੇ ਸੁਪਨਿਆਂ ਦੀ ਆਪਾਂ ਕਹਿ ਸਕਦੇ ਹਾਂ ਕਿ ਗਵਾਹ ਇਹ ਇਮਾਰਤ ਹਾਲੇ ਤੱਕ ਹੂਬਹੂ ਉਸੇ ਤਰ੍ਹਾਂ ਖੜੀ ਹੈ। ਤੁਸੀਂ ਸੋਚ ਸਕਦੇ ਆ ਕਿ ਰਾਤ ਨੂੰ ਇਸ ਇਮਾਰਤ ਦੇ ਵਿੱਚ ਸੌਂ ਕੇ ਪਤਾ ਨਹੀਂ ਛੋਟੇ ਸਾਹਿਬਜ਼ਾਦਿਆਂ ਨੇ ਕੀ ਸੁਪਨਾ ਦੇਖਿਆ ਹੋਊਗਾ। ਇਹ ਘਰ ਐਡਾ ਹੀ ਨਹੀਂ, ਇਹ ਘਰ ਕਾਫੀ ਵੱਡਾ ਸੀਗਾ। ਜਦੋਂ ਬੰਦਾ ਸਿੰਘ ਬਹਾਦਰ ਨੇ ਇਸ ਜਗ੍ਹਾ 'ਤੇ ਹਮਲਾ ਕੀਤਾ ਤਾਂ ਉਦੋਂ ਕਹਿੰਦੇ ਵੀ ਕਾਫੀ ਵੱਡਾ ਹਿੱਸਾ ਇਸ ਮਕਾਨ ਦਾ ਉਦੋਂ ਗੁੱਸੇ ਦੇ ਵਿੱਚ, ਰੋਹ ਦੇ ਵਿੱਚ, ਬਦਲਾ ਲੈਣ ਦੀ ਆਪਾਂ ਕਹਿ ਸਕਦੇ ਭਾਵਨਾ ਦੇ ਵਿੱਚ ਬਹੁਤ ਵੱਡਾ ਹਿੱਸਾ ਜਿਹੜਾ ਉਹ ਨੁਕਸਾਨਿਆ ਗਿਆ। ਪਰ ਫਿਰ ਵੀ ਕਾਫੀ ਹਿੱਸਾ ਆਪਣੇ ਇਤਿਹਾਸ ਦੀ ਗਵਾਹੀ ਦੇਣ ਜੋਗਾ ਖੜਾ, ਜਿਹਦੇ ਤੁਸੀਂ ਦਰਸ਼ਨ ਕਰ ਰਹੇ ਆ। ਤੇ ਦੂਸਰਾ ਆਹ ਕੋਤਵਾਲੀ, ਆਹ ਜਿਹੜਾ ਜਿੰਦਾ ਹੈ ਨਾ ਸਪੈਸ਼ਲ, ਇਹ ਅੰਦਰ ਇਸੇ ਤਰ੍ਹਾਂ ਹੀ ਲਗਾਇਆ ਗਿਆ ਤਾਂ ਜੋ ਕੋਈ ਅੰਦਰਲੇ ਪਾਸਿਓਂ ਵੀ ਬੈਰਲ ਦੇ ਵਿੱਚ ਹੱਥ ਪਾ ਕੇ ਬਾਹਰਲੇ ਪਾਸਿਓਂ ਜਿੰਦਾ ਖੋਲ੍ਹ ਨਾ ਲਵੇ। ਇਸ ਤਕਨੀਕ ਦੇ ਨਾਲ ਇਹ ਕੋਤਵਾਲੀ ਬਣਾਈ ਗਈ ਹੈ ਜਿੱਥੇ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਨੂੰ ਰੱਖਿਆ ਗਿਆ ਸੀ। ਦਰਸ਼ਕੋ, ਆਖਰ ਦੇ ਵਿੱਚ ਨਾ ਸਾਹਿਬਜ਼ਾਦਿਆਂ ਨੂੰ ਕੋਤਵਾਲੀ ਲਿਆਇਆ ਗਿਆ ਤੇ ਉਸ ਤੋਂ ਅੱਗੇ ਫਿਰ ਸਰਹੰਦ ਦੇ ਨਵਾਬ ਅੱਗੇ ਪੇਸ਼ ਕੀਤਾ ਗਿਆ ਸੀਗਾ। ਉਹ ਨਵਾਬ ਅੱਗੇ ਜਦੋਂ ਪੇਸ਼ ਕੀਤਾ ਗਿਆ ਉੱਥੇ ਬਹੁਤ ਸਾਰੇ ਮਤਲਬ ਜਿਨ੍ਹਾਂ ਦੇ ਵਿੱਚ ਨਵਾਬ ਮਰੇਲਕੋਟਲਾ ਵੀ ਬੈਠਾ ਸੀ, ਸੁੱਚਾ ਨੰਦ ਵਰਗੇ ਪਾਪੀ ਵੀ ਬੈਠੇ ਸੀਗੇ ਉੱਥੇ। ਤੇ ਕਿਹਾ ਜਾਂਦਾ ਵੀ ਉਹਨਾਂ ਉਸ ਸਮੇਂ ਦੇ ਵਿੱਚ
ਕਹਿੰਦੇ ਵੀ ਵਜ਼ੀਰ ਖਾਨ ਨੇ ਸਜ਼ਾ ਦਾ ਐਲਾਨ ਕੀਤਾ ਤਾਂ ਉਸ ਸਮੇਂ ਹਾਂ ਦਾ ਨਾਰਾ ਮਾਰਿਆ ਸੀ ਨਵਾਬ ਮਰੇਲਕੋਟਲਾ ਨੇ। ਉਹਨਾਂ ਨੇ ਆਖਿਆ ਵੀ ਜੇ ਦੁਸ਼ਮਣੀ ਹੈਗੀ ਆ ਤਾਂ ਤੁਸੀਂ ਉਹਨਾਂ ਦੇ ਪਿਤਾ ਜੀ ਨਾਲ ਕਰੋ, ਗੁਰੂ ਗੋਬਿੰਦ ਸਿੰਘ ਜੀ ਨਾਲ ਕੱਢੋ, ਪਰ ਇਹਨਾਂ ਮਾਸੂਮ ਬੱਚਿਆਂ ਦੇ ਨਾਲ ਨਾ ਤੁਸੀਂ ਕਰੋ ਇੱਦਾਂ। ਇਸ ਗੱਲ ਸੁਣ ਕੇ ਵਜ਼ੀਰ ਖਾਨ ਥੋੜ੍ਹਾ ਜਿਹਾ ਕਹਿੰਦੇ ਠੰਡਾ ਪਿਆ ਸੀ, ਪਰ ਉਦੋਂ ਕੋਲ ਬੈਠਾ ਸੁੱਚਾ ਆਨੰਦ ਬੋਲ ਪਿਆ। ਉਹ ਕਹਿੰਦਾ ਜੀ ਸੱਪ ਦੇ ਬੱਚੇ ਵੀ ਸੱਪ ਹੀ ਹੁੰਦੇ ਆ, ਇਹ ਵੱਡੇ ਹੋ ਕੇ ਤੁਹਾਡੇ ਨਾਲ ਲੜਨਗੇ। ਕਿਉਂਕਿ ਵਜ਼ੀਰ ਖਾਨ ਇਹ ਵੀ ਆਖ ਰਿਹਾ ਸੀਗਾ ਸਾਹਿਬਜ਼ਾਦਿਆਂ ਨੇ ਕਿ ਤੁਸੀਂ ਇਸਲਾਮ ਨੂੰ ਕਬੂਲ ਕਰ ਲਓ, ਤਾਂ ਸਾਹਿਬਜ਼ਾਦਿਆਂ ਨੇ ਇਸਲਾਮ ਕਬੂਲ ਨਹੀਂ ਸੀ ਕੀਤਾ ਤੇ ਨਾ ਝੁੱਕ ਕੇ ਸਲਾਮ ਕੀਤੀ ਸੀ। ਬੇਸ਼ੱਕ ਵਜ਼ੀਰ ਖਾਨ ਨੇ ਇਹ ਵੀ ਕੀਤਾ ਕਿ ਉਹਨਾਂ ਛੋਟੇ ਗੇਟ ਥਾਣੀ ਲੰਘਾਉਣ ਦੀ ਕੋਸ਼ਿਸ਼ ਕੀਤੀ ਵੀ ਜਦੋਂ ਇੱਦਾਂ ਝੁੱਕ ਕੇ ਲੰਘਣਗੇ ਤਾਂ ਮੈਨੂੰ ਸਲਾਮ ਕਰਨਗੇ, ਪਰ ਸਾਹਿਬਜ਼ਾਦਿਆਂ ਨੇ ਅਗਲੀ ਲੱਤ ਅੱਗੇ ਰੱਖ ਕੇ ਸਿੱਧੇ ਹੀ ਅੰਦਰ ਗਏ ਸੀ। ਮਤਲਬ ਆਪਣੀ ਬਾਦਸ਼ਾਹਤ ਨੂੰ ਬਰਕਰਾਰ ਰੱਖਿਆ ਸੀਗਾ। ਬੇਸ਼ੱਕ ਠੀਕ ਆ ਕਿ ਕੌਮ ਉਸ ਸਮੇਂ ਖਿਲਰੀ ਹੋਈ ਸੀ, ਪਰ ਨਿੱਕੀਆਂ ਨਿੱਕੀਆਂ ਜਿੰਦਾਂ ਨੇ ਵੱਡੇ ਸਾਕੇ ਕਰਤੇ ਸੀ ਤੇ ਉਹਨਾਂ ਨੇ ਕਹ ਲਓ ਕਿ ਆਪਦੀ ਕੌਮ ਦੀ ਚੜ੍ਹਦੀ ਕਲਾ ਰੱਖੀ ਸੀ, ਸਿਰ ਨਹੀਂ ਸੀ ਝੁਕਾਇਆ। ਕਿਹਾ ਜਾਂਦਾ ਵੀ ਜ਼ੁਲਮ ਦੇ ਖਿਲਾਫ ਸਿਰ ਨਹੀਂ ਸੀ ਝੁਕਾਇਆ। ਤੇ ਜਦੋਂ ਗੱਲ ਕਰੀਏ ਆਖਰ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਨ ਦਾ ਹੁਕਮ ਹੋਇਆ ਤਾਂ ਉੱਥੇ ਨੀਹਾਂ 'ਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ। ਤੇ ਇਹਦੇ ਨਾਲ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਵੀ ਨਹੀਂ ਭੁੱਲਿਆ ਜਾ ਸਕਦਾ, ਜਿਹੜੇ ਕਿ ਠੰਡੇ ਬੁਰਜਾਂ ਦੇ ਵਿੱਚ ਜਾ ਕੇ ਦੁੱਧ ਦੀ ਸੇਵਾ ਕਰਦੇ ਹੁੰਦੇ ਸੀ। ਮਾਤਾ ਜੀ, ਮਾਤਾ ਗੁਜਰ ਕੌਰ ਜੀ, ਵੱਡੇ ਸਾਹਿਬ ਆਪਣਾ ਛੋਟੇ ਸਾਹਿਬਜ਼ਾਦੇ ਦੋਵੇਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਫਤਿਹ ਸਿੰਘ ਜੀ ਨੂੰ ਦੁੱਧ ਛਕਾਉਂਦੇ ਸੀ। ਤੇ ਜਦੋਂ ਛੋਟੇ ਸਾਹਿਬਜ਼ਾਦੇ ਦੀ ਸ਼ਹੀਦੀ ਦਾ ਪਤਾ ਲੱਗਿਆ ਤਾਂ ਮਾਤਾ ਗੁਜਰ ਕੌਰ ਜੀ ਨੇ ਵੀ ਆਪਣੇ ਸਵਾਸ ਤਿਆਗ ਦਿੱਤੇ ਸੀਗੇ। ਤੇ ਦੂਜੀ ਗੱਲ ਇਹ ਹੈ ਵੀ ਜਿਹੜੇ ਗੰਗੂ ਬ੍ਰਾਹਮਣ ਦੇ ਮਨ ਦੇ ਵਿੱਚੋਂ ਡਰ ਕਿਉਂ ਨਿਕਲ ਗਿਆ ਸੀ, ਕਿਉਂਕਿ ਉਹਨੂੰ ਕਿਤੇ ਨਾ ਕਿਤੇ ਝੂਠੀ ਖਬਰ ਇਹ ਮਿਲ ਗਈ ਸੀ ਵੀ ਵੱਡੇ ਸਾਹਿਬਜ਼ਾਦੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਸੂਰਮੇ ਸਾਰੇ ਚਮਕੌਰ ਦੇ ਵਿੱਚ ਸ਼ਹੀਦ ਹੋ ਚੁੱਕੇ ਆ। ਮਤਲਬ ਉਹਨੇ ਸੋਚਿਆ ਵੀ ਹੁਣ ਮੈਨੂੰ ਰੋਕਣ ਵਾਲਾ ਕੌਣ ਆ ਵੀ ਮਨ ਮਰਜ਼ੀਆਂ ਕਰਾਂ। ਪਰ ਉਹ ਸਹੀ ਸਲਾਮਤ ਸੀ, ਚੜ੍ਹਦੀ ਕਲਾ ਦੇ ਵਿੱਚ। ਠੀਕ ਆ ਕਿ ਵੱਡੇ ਸਾਹਿਬਜ਼ਾਦੇ ਨੇ ਸ਼ਹਾਦਤ ਦਿੱਤੀ, ਪਰ ਗੁਰੂ ਗੋਬਿੰਦ ਸਿੰਘ ਜੀ ਸਹੀ ਸਲਾਮਤ ਸੀ, ਪੰਥ ਚੜ੍ਹਦੀ ਕਲਾ ਸੀ। ਜਦੋਂ ਆਖਰ ਦੇ ਵਿੱਚ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਗੱਲ ਕਰੀਏ ਤਾਂ ਜਦੋਂ ਦੁੱਧ ਪਿਆਉਣ ਦੀ ਸੇਵਾ ਦਾ ਉੱਥੋਂ ਦੇ ਨਵਾਬ ਨੂੰ ਪਤਾ ਲੱਗਾ ਤਾਂ ਨਵਾਬ ਨੇ ਮੋਤੀ ਰਾਮ ਮਹਿਰਾ ਜੀ ਅਤੇ ਉਹਦੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ। ਮਤਲਬ ਇਸ ਸਮੇਂ ਦੇ ਸਹੀ ਜੇ ਇੱਕ ਪਾਸੇ ਬਹੁਤ ਸਾਰੇ ਖਿਲਾਫ ਵੀ ਸੀ ਤਾਂ ਉਹਦੇ ਵਿੱਚ ਕੁਝ ਲੋਕ ਗੁਰੂ ਪੰਥ ਦੇ ਨਾਲ ਵੀ ਜੁੜੇ ਹੋਏ ਸੀਗੇ। ਤੇ ਦਰਸ਼ਕੋ, ਅਗਲੀ ਵਾਰੀ ਹੋਰ ਕੋਈ ਨਵਾਂ ਵਿਸ਼ਾ ਲੈ ਕੇ ਮਿਲਾਂਗੇ। ਮਿਹਰਬਾਨੀ, ਧੰਨਵਾਦ।